ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਇਸ ਸਾਡੇ ਅਰਥ ਸ਼ਾਸਤਰ ਦੀ ਕੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਮੈਂ ਬਹੁਤ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। ਉਹ ਹੈ ਰਾਸ਼ਟਰੀ ਆਮਦਨ। ਬੇਟਾ, ਰਾਸ਼ਟਰੀ ਆਮਦਨ ਕੀ ਹੁੰਦਾ? ਤੁਸੀਂ ਬਹੁਤ ਕਨਫਿਊਜ਼ ਹੋ ਜਾਂਦੇ ਹੋ ਕਿ ਰਾਸ਼ਟਰੀ ਆਮਦਨ ਆਪਾਂ ਕੀ ਲਿਖੀਏ। ਸਭ ਤੋਂ ਪਹਿਲੇ ਤਾਂ ਇੱਕ ਬਿਲਕੁਲ ਸਧਾਰਨ ਜਿਹੇ ਸ਼ਬਦਾਂ ਵਿੱਚ ਆਪਾਂ ਦੇਖੀਏ ਤਾਂ ਰਾਸ਼ਟਰੀ ਆਮਦਨ ਦਾ ਸਿੱਧਾ ਅਰਥ ਹੈ ਕਿ ਇੱਕ ਰਾਸ਼ਟਰ ਦੀ ਆਮਦਨ, ਇੱਕ ਦੇਸ਼ ਦੀ ਆਮਦਨ। ਪਰ ਜਦੋਂ ਆਪਾਂ ਇੱਕ ਅਰਥ ਸ਼ਾਸਤਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਹ ਕਹਿੰਦੇ ਹਾਂ ਕਿ ਇੱਕ ਦੇਸ਼ ਦੀ ਜਿਹੜੀ ਆਮਦਨ ਹੈ ਉਸ ਨੂੰ ਆਪਾਂ ਕਿਵੇਂ ਮਾਪਾਂਗੇ, ਆਪਾਂ ਕੀ ਕਵਾਂਗੇ ਕਿ ਇੱਕ ਦੇਸ਼ ਦੀ ਆਮਦਨ ਕੀ ਹੈ। ਸੋ ਇੱਕ ਸਾਲ ਦੇ ਅੰਦਰ, ਇੱਕ ਸਾਲ ਦੇ ਵਿੱਚ, ਇੱਕ ਸਾਲ ਦੇ ਅੰਦਰ ਆਪਾਂ ਇੱਕ ਰਾਸ਼ਟਰ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਹਨ ਉਸ ਦੇ ਮੌਦਰਿਕ ਮੁੱਲ ਨੂੰ ਜਦੋਂ ਆਪਾਂ ਜੋੜਦੇ ਹਾਂ, ਉਸ ਦਾ ਕੁੱਲ ਜੋੜ ਜੋ ਆਪਾਂ ਕਰਦੇ ਹਾਂ ਉਸ ਨੂੰ ਆਪਾਂ ਰਾਸ਼ਟਰੀ ਆਮਦਨ ਆਖਦੇ ਹਾਂ। ਬੇਟਾ, ਰਾਸ਼ਟਰੀ ਆਮਦਨ ਨੂੰ ਮਾਪਣ ਦੀ 3 ਵਿਧੀਆਂ ਹਨ। ਇੱਕ ਹੈ ਉਤਪਾਦਨ ਵਿਧੀ, ਜਾਂ ਆਪਾਂ ਇਸ ਨੂੰ ਉਤਪਾਦ ਵਿਧੀ ਵੀ ਕਹਿੰਦੇ ਹਾਂ। ਇੱਕ ਹੈ ਆਮਦਨ ਵਿਧੀ ਔਰ ਇੱਕ ਹੈ ਖਰਚ ਵਿਧੀ। ਜਦੋਂ ਆਪਾਂ ਇੱਕ ਉਤਪਾਦਕ ਦੇ ਤੌਰ 'ਤੇ ਗੱਲ ਕਰਦੇ ਹਾਂ ਤੇ ਇੱਕ ਸਾਲ ਦੇ ਵਿੱਚ ਇੱਕ ਦੇਸ਼ ਦੇ ਅੰਦਰ ਉਤਪਾਦਿਤ ਕੀਤੀਆਂ ਗਈਆਂ ਸਾਰੀਆਂ ਚੀਜ਼ਾਂ ਦਾ ਮੌਦਰਿਕ ਮੁੱਲ ਦੇ ਕੁੱਲ ਜੋੜ ਨੂੰ ਆਪਾਂ ਰਾਸ਼ਟਰੀ ਆਮਦਨ ਕਹਿੰਦੇ ਹਾਂ। ਜਿਵੇਂ ਮੈਂ ਬਹੁਤ ਛੋਟੀ ਜਿਹੀ ਐਗਜ਼ਾਮਪਲ ਲੈ ਰਹੀ ਹਾਂ ਕਿ ਆਪਾਂ ਇੱਕ ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਤਪਾਦਿਤ ਕੀਤੀਆਂ। ਸਪੋਜ਼ ਮੈਂ 5 ਚੀਜ਼ਾਂ ਲੈ ਰਹੀ ਹਾਂ। ਆਪਾਂ ਕੁਰਸੀ ਦਾ ਉਤਪਾਦਨ ਕੀਤਾ, ਆਪਾਂ ਟੈਲੀਵਿਜ਼ਨ ਦਾ ਉਤਪਾਦਨ ਕੀਤਾ, ਆਪਾਂ ਜੇ ਖਾਣੇ ਦੀ ਗੱਲ ਕਰੀਏ ਤਾਂ ਅਨਾਜ, ਸਬਜ਼ੀਆਂ, ਪੈਨ, ਪੇਪਰ, ਕੋਈ ਵੀ ਪ੍ਰੋਡਕਟ ਤੁਸੀਂ ਲੈ ਲਓ, ਉਸ ਦਾ ਉਤਪਾਦਨ ਕੀਤਾ, ਉਸ ਦੀ ਆਪਾਂ ਮੌਦਰਿਕ ਮੁੱਲ ਲੈ ਲਾਂਗੇ ਕਿ ਜੇ ਇੱਕ ਸਾਲ ਵਿੱਚ ਆਪਾਂ 10,000 ਪੈਨ ਬਣਾਏ ਔਰ ਇੱਕ ਪੈਨ ਦਾ ਮੁੱਲ ਜਿਹੜਾ ਹੈਗਾ ਉਹ 10 ਰੁਪਏ ਹੈਗਾ, ਅਤੇ 10,000 ਪੈਨ ਦਾ ਜੇ ਆਪਾਂ ਪੂਰੇ ਸਾਲ ਵਿੱਚ ਜੋੜ ਕਰੀਏ ਤਾਂ 10,000 ਪੈਨ ਦਾ ਮੁੱਲ ਕਿੰਨਾ ਹੋ ਜਾਏਗਾ? 1 ਲੱਖ ਰੁਪਏ। ਸੋ ਇਸ ਤਰ੍ਹਾਂ ਬੇਟੇ ਉਸ ਦਾ ਜਿਹੜਾ ਮੌਦਰਿਕ ਮੁੱਲ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਉਸ ਦੇ ਮੌਦਰਿਕ ਮੁੱਲ ਨੂੰ ਆਪਾਂ ਕਹਿੰਦੇ ਹਾਂ ਰਾਸ਼ਟਰੀ ਆਮਦਨ। ਸੋ ਇਹ ਹੈ ਉਤਪਾਦਨ ਵਿਧੀ। ਆਮਦਨ ਵਿਧੀ ਦੀ ਆਪਾਂ ਜੇ ਗੱਲ ਕਰੀਏ ਤਾਂ ਇੱਕ ਦੇਸ਼ ਦੇ ਅੰਦਰ ਇੱਕ ਸਾਲ ਦੇ ਵਿੱਚ ਸਾਡੇ ਸਾਰੇ ਸਾਧਨ, ਉਤਪਾਦਨ ਦੇ ਸਾਧਨਾਂ ਦੁਆਰਾ ਜੋ ਜਿੰਨੀ ਵੀ ਆਮਦਨ ਅਰਜਿਤ ਹੋਈ ਹੈ ਉਸ ਦੇ ਕੁੱਲ ਜੋੜ ਨੂੰ ਆਪਾਂ ਰਾਸ਼ਟਰੀ ਆਮਦਨ ਆਖਦੇ ਹਾਂ। ਜਿਵੇਂ ਉਤਪਾਦਨ ਦੇ ਸਾਧਨ ਕਿਹੜੇ ਨੇ? ਭੂਮੀ, ਕਿਰਤ, ਪੂੰਜੀ ਅਤੇ ਉਦਮ। ਸੋ ਪੂੰਜੀ, ਭੂਮੀ ਦੇ ਮਾਲਿਕ ਨੂੰ ਕੀ ਕਹਿੰਦੇ ਆ? ਭੂਮੀਪਤੀ। ਔਰ ਉਸ ਨੂੰ ਆਪਣੀ ਭੂਮੀ ਨੂੰ ਕਿਰਾਏ 'ਤੇ ਦੇਣ ਲਈ ਜੋ ਆਮਦਨ ਮਿਲਦੀ ਹੈ ਉਸ ਨੂੰ ਸਾਧਨ ਆਮਦਨ ਕਹਿੰਦੇ ਹਾਂ। ਉਹ ਸਾਧਨ ਆਮਦਨ ਕੀ ਹੈ? ਕਿਰਾਇਆ, ਲਗਾਨ। ਇੱਕ ਮਜ਼ਦੂਰ ਜਿਹੜਾ ਹੈ ਉਹ ਆਪਣੀ ਮਜ਼ਦੂਰੀ ਦੇ ਬਦਲੇ ਉਸ ਨੂੰ ਕੀ ਮਿਲਦੀ ਹੈ? ਮਜ਼ਦੂਰੀ, ਮਿਹਨਤਾਨਾ। ਇੱਕ ਪੂੰਜੀ ਹੈ, ਪੂੰਜੀ ਦੇ ਮਾਲਿਕ ਨੂੰ ਆਪਾਂ ਪੂੰਜੀਪਤੀ ਕਹਿੰਦੇ ਹਾਂ। ਪੂੰਜੀਪਤੀ ਨੂੰ ਆਪਣੀ ਪੂੰਜੀ ਦੇਣ ਦੇ ਬਦਲੇ ਜੋ ਕੁਝ ਵੀ ਮਿਲਦਾ ਹੈ ਉਹ ਹੈ ਵਿਆਜ। ਔਰ ਇੱਕ ਉਦਮੀ ਜਿਹੜਾ ਹੈ ਉਹ ਜੋ ਕੁਝ ਵੀ ਉਦਮ ਕਰਦਾ ਹੈ ਉਸ ਦੇ ਬਦਲੇ ਉਸ ਨੂੰ ਜੋ ਕੁਝ ਵੀ ਮਿਲਦਾ ਹੈ ਉਹ ਹੈ ਉਸ ਦਾ ਲਾਭ। ਸੋ ਇਹ ਕਿਰਾਇਆ, ਮਜ਼ਦੂਰੀ, ਵਿਆਜ ਅਤੇ ਲਾਭ, ਇਹ ਸਾਰੇ ਕੀ ਹਨ? ਸਾਧਨ ਆਮਦਨ। ਸੋ ਜਦੋਂ ਆਪਾਂ ਰਾਸ਼ਟਰੀ ਆਮਦਨ ਸਾਧਨ ਆਮਦਨ ਦੇ ਅਨੁਸਾਰ ਉਸ ਦਾ ਜੋੜ ਕਰਾਂਗੇ ਤੇ ਇੱਕ ਸਾਲ ਦੇ ਅੰਦਰ ਇੱਕ ਰਾਸ਼ਟਰ ਵਿੱਚ ਜਿੰਨੇ ਵੀ ਸਾਧਨ ਆਮਦਨ ਅਰਜਿਤ ਕੀਤੀ ਗਈ ਹੈ ਉਸ ਦਾ ਕੁੱਲ ਜੋੜ ਕੀ ਹੋਏਗਾ? ਰਾਸ਼ਟਰੀ ਆਮਦਨ। ਔਰ ਤੀਜੀ ਵਿਧੀ ਆਉਂਦੀ ਹੈ ਖਰਚ ਵਿਧੀ। ਖਰਚ ਵਿਧੀ ਵਿੱਚ ਆਪਾਂ ਲੈਂਦੇ ਹਾਂ ਕਿ ਜਿਹੜੇ ਉਪਭੋਗਤਾ ਹੈਗੇ ਨੇ ਉਹਨਾਂ ਦੁਆਰਾ ਜੋ ਕੁਝ ਵੀ ਖਰਚ ਕੀਤਾ ਗਿਆ ਹੈ ਉਸ ਦਾ ਜਿਹੜਾ ਮੌਦਰਿਕ ਮੁੱਲ ਹੈ ਉਸ ਦੇ ਜੋੜ ਨੂੰ ਆਪਾਂ ਰਾਸ਼ਟਰੀ ਆਮਦਨ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸੋ ਮੋਟੇ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਰਾਸ਼ਟਰੀ ਆਮਦਨ ਜਿਹੜੀ ਹੈ ਇੱਕ ਸਾਲ ਦੇ ਵਿੱਚ ਜੋ ਕੁਝ ਵੀ ਪੈਦਾ ਕੀਤਾ ਗਿਆ ਹੈ
ਰਾਸ਼ਟਰ ਦੇ ਅੰਦਰ, ਰਾਸ਼ਟਰ ਦੀ ਸੀਮਾ ਦੇ ਅੰਦਰ ਉਸ ਦੇ ਮੌਦਰਿਕ ਮੁੱਲ ਦੇ ਕੁੱਲ ਜੋੜ ਨੂੰ ਆਪਾਂ ਰਾਸ਼ਟਰੀ ਆਮਦਨ ਆਖਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਅੱਜ ਤੋਂ ਬਾਅਦ ਤੁਸੀਂ ਰਾਸ਼ਟਰੀ ਆਮਦਨ ਬਾਰੇ ਕੋਈ ਕਨਫਿਊਜ਼ਨ ਨਾ ਰੱਖਿਓ। ਇੱਕ ਰਾਸ਼ਟਰ ਦੀ ਜਿਹੜੀ ਆਮਦਨ ਹੈ, ਇੱਕ ਸਾਲ ਦੇ ਅੰਦਰ ਅਰਜਿਤ ਕੀਤੀ ਗਈ ਉਸ ਦਾ ਮੌਦਰਿਕ ਮੁੱਲ ਜਿਹੜਾ ਹੈ, ਉਸ ਦੇ ਕੁੱਲ ਜੋੜ ਨੂੰ ਆਪਾਂ ਰਾਸ਼ਟਰੀ ਆਮਦਨ ਆਖਦੇ ਹਾਂ। ਥੈਂਕ ਯੂ।